ਮੋੜ ਬੰਬ ਬਲਾਸਟ ਤੇ ਬਰਗਾੜੀ ਬੇਅਦਬੀ ਕਾਂਡ ਦੇ ਪੀੜਤਾਂ ਨੂੰ ਇਨਸਾਫ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਹਾਈ ਕੋਰਟ ਵਿੱਚ 3 ਰਿਟ ਪਟੀਸ਼ਨਾਂ ਵੀ ਦਾਇਰ ਕਰਨ ਵਾਲਾ ਭੁਪਿੰਦਰ ਸਿੰਘ ਗੋਰਾ ਵਾਸੀ ਬਠਿੰਡਾ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਰੂਬਰੂ ਹੋਇਆ। ਇਸ ਦੌਰਾਨ ਉਸਨੇ ਜਿੱਥੇ ਦੋਸ਼ ਲਗਾਇਆ ਕਿ ਮੇਰੇ ਸਮੇਤ ਡੀਆਈਜੀ ਰਣਵੀਰ ਸਿੰਘ ਖੱਟੜਾ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਤਲ ਕਰਨ ਲਈ ਡੇਰਾ ਸਿਰਸਾ ਦੇ ਪ੍ਰਬੰਧਕਾਂ ਵੱਲੋਂ ਬਕਾਇਦਾ ਧਮਕੀ ਭਰੇ ਪੱਤਰ ਭੇਜੇ ਜਾ ਚੁੱਕੇ ਹਨ। ਭੁਪਿੰਦਰ ਸਿੰਘ ਗੋਰਾ ਨੇ ਖੁਦ ਦੇ ਕਤਲ ਲਈ ਡੇਰੇ ਵੱਲੋਂ 1 ਕਰੋੜ ਰੁਪਇਆ ਸੁਪਾਰੀ ਦੇਣ ਦਾ ਵੀ ਅਹਿਮ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੋੜ ਬੰਬ ਕਾਂਡ ਅਤੇ ਬਰਗਾੜੀ ਬੇਅਦਬੀ ਕਾਂਡ ਵਿੱਚ ਪੁੱਛਗਿੱਛ ਲਈ ਪ੍ਰੋਡਕਸ਼ਨ ਬਰੰਟ ਤੇ ਨਹੀਂ ਲਿਆਇਆ ਜਾਂਦਾ, ਉਦੋਂ ਤੱਕ ਜਾਂਚ ਅਧੂਰੀ ਰਹੇਗੀ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲਣ ਦੀ ਕੋਈ ਸੰਭਾਵਨਾ ਨਹੀਂ ਬਣ ਸਕਦੀ। ਉਨ੍ਹਾਂ ਮੰਨਿਆ ਕਿ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਵੱਲੋਂ 9 ਚਲਾਨ ਰਿਪੋਰਟਾਂ ਅਦਾਲਤ ਵਿੱਚ ਪੇਸ਼ ਕਰਕੇ ਮੁਕੰਮਲ ਦਸਤਾਵੇਜ਼ ਅਦਾਲਤ ਨੂੰ ਸੌਂਪ ਦਿੱਤੇ ਹਨ ਅਤੇ ਹੁਣ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲਣ ਦੀ ਪੂਰੀ ਆਸ ਬਣ ਗਈ ਹੈ। 1 ਜੂਨ 2015 ਨੂੰ ਪਾਵਨ ਸਰੂਪ ਚੋਰੀ ਹੁੰਦੇ ਨੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਦਿਨ ਦਿਹਾੜੇ 24 ਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਦੇ ਗੁਰਦੁਆਰਿਆਂ ਦੇ ਪੋਸਟਰ ਲਾ ਕੇ ਡੇਰਾ ਪ੍ਰੇਮੀ ਮੰਨ ਲੈਂਦੇ ਨੇ ਕਿ ਤੁਹਾਡਾ ਵੱਡਾ ਗੁਰੂ ਸਾਡੇ ਕੋਲ ਹੈ, ਤੁਸੀਂ ਸਾਡੇ ਬਾਬੇ ਦੀ ਫਿਲਮ ਨਹੀਂ ਚੱਲਣ ਦਿੱਤੀ, ਇਸ ਲਈ ਅਸੀਂ ਤੁਹਾਡਾ ਵੱਡਾ ਗੁਰੂ ਕਬਜ਼ੇ 'ਚ ਲੈ ਲਿਆ। ਧੰਨ ਧੰਨ ਸਤਿਗੁਰੂ ਤੋਂ ਸ਼ੁਰੂ ਕਰਕੇ ਧੰਨ ਧੰਨ ਸਤਿਗੁਰੂ ਤੇ ਸ਼ਬਦਾਵਲੀ ਖਤਮ ਕਰਨ ਵਾਲੇ ਉਹ ਡੇਰਾ ਪ੍ਰੇਮੀ ਸਾਡੇ ਕੁਝ ਸਿੱਖ ਪ੍ਰਚਾਰਕਾਂ ਸਿੱਖ ਆਗੂਆਂ ਖਿਲਾਫ ਉਹ ਸ਼ਬਦਾਵਲੀ ਵਰਤਦੇ ਨੇ ਜਿਹੜੀ ਟੀਵੀ ਚੈਨਲ ਲਈ ਦੁਹਰਾਉਣੀ ਬੜੀ ਮੁਸ਼ਕਲ ਜਾਪਦੀ ਹੈ। 12 ਅਕਤੂਬਰ ਵਾਲੇ ਦਿਨ ਬੇਅਦਬੀ ਕਾਂਡ ਨੂੰ ਅੰਜਾਮ ਦੇ ਦਿੱਤਾ ਜਾਂਦਾ। 14 ਅਕਤੂਬਰ ਵਾਲੇ ਦਿਨ ਪਹਿਲਾਂ ਬੱਤੀਆਂ ਵਾਲਾ ਚੌਂਕ ਕੋਟਪੂਰਾ ਤੇ ਫਿਰ ਬਾਈਬਲ ਕਲਾਂ ਵਿਖੇ ਸ਼ਾਂਤਮਈ ਧਰਨੇ ਤੇ ਬੈਠੀਆਂ ਸੰਗਤਾਂ ਉੱਪਰ ਪੁਲਸੀ ਅਤਿਆਚਾਰ ਢਾਇਆ ਜਾਂਦਾ ਹੈ। ਸਿਰਫ ਉਹਨਾਂ ਨੂੰ ਖਦੇੜਨ ਲਈ ਨਹੀਂ ਅਥਰੂ ਗੈਸ ਦੇ ਗੋਲੇ ਜਾਂ ਪਾਣੀ ਦੀਆਂ ਵਾਛੜਾਂ ਬਲਕਿ ਦੂਰ ਦੂਰ ਤੱਕ ਜਾਂਦੀਆਂ ਸੰਗਤਾਂ ਨੂੰ ਘੇਰ ਘੇਰ ਕੇ ਛੱਲੀਆਂ ਵਾਂਗੂ ਕੁੱਟਣਾ ਇਹ ਸਾਰਾ ਮੀਡੀਆ ਦੀਆਂ ਸੁਰਖੀਆਂ ਬਣ ਚੁੱਕਾ ਹੈ। ਅੱਜ ਸਾਡੇ ਨਾਲ ਜੁੜੇ ਨੇ ਭੁਪਿੰਦਰ ਸਿੰਘ ਗੋਰਾ। ਇਹ ਕਹਿੰਦੇ ਮੈਂ ਪਹਿਲੇ ਦਿਨ ਤੋਂ ਇਸ ਮਸਲੇ ਨਾਲ ਜੁੜਿਆ, ਇਕੱਲੇ ਬੇਅਦਬੀ ਕਾਂਡ ਨਾਲ ਨਹੀਂ, ਮੋੜ ਬੰਬ ਬਲਾਸਟ ਹੋਇਆ ਜਿਹੜਾ ਉਸ ਕਾਂਡ ਨਾਲ ਵੀ ਜੁੜੇ ਹੋਏ ਨੇ। ਆਪਾਂ ਇੱਕ ਇੱਕ ਕਰਕੇ ਇਹਨਾਂ ਤੋਂ ਗੱਲਬਾਤ ਪੁੱਛਾਂਗੇ। ਭੁਪਿੰਦਰ ਸਿੰਘ ਜੀ, ਪਹਿਲਾਂ ਅਸੀਂ ਤੁਹਾਨੂੰ ਇਹ ਪੁੱਛਣਾ ਚਾਹਾਂਗੇ ਜਿਹੜਾ ਬੇਅਦਬੀ ਕਾਂਡ ਹੈ ਕੋਟਕਪੂਰਾ ਤੇ ਬਰਗਾੜੀ ਨਾਲ ਸੰਬੰਧਿਤ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਦੇਖੋ ਜੀ, ਅੱਜ 5 ਸਾਲ ਤੋਂ ਵੀ ਉੱਤੇ ਸਮਾਂ ਹੋ ਗਿਆ ਇਸ ਚੀਜ਼ ਨੂੰ। ਅੱਜ ਅਸੀਂ ਬਾਈਬਲ ਕਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਅਰਦਾਸ ਬੇਨਤੀ ਕਰਨ ਆਏ ਸੀ। ਪੂਰੀ ਸਿੱਖ ਉੱਥੋਂ ਦੇ ਜਿਹੜੇ ਬਾਈਬਲ ਕਲਾਂ ਦੇ ਨਾਲ ਅਰਦਾਸ ਇਹੀ ਕੀਤੀ ਹੈ ਵੀ ਜਿਹੜਾ ਚਲਾਨ ਪਿਛਲੇ ਦਿਨੀ ਪੇਸ਼ ਕੀਤਾ ਹੈ ਐਸਆਈਟੀ ਵੀ ਉਹਦਾ ਜਲਦ ਤੋਂ ਜਲਦ ਮਾਨਯੋਗ ਹਾਈ ਕੋਰਟ ਉਹਦਾ ਫੈਸਲਾ ਕਰਦੇ। ਜਿਹੜੇ ਦੋਸ਼ੀ ਹੈ ਉਹਨਾਂ ਨੂੰ ਕਟਹਿਰੇ ਦੇ ਵਿੱਚ ਜੇਲ੍ਹ ਦੇ ਵਿੱਚ ਲਿਆ ਕੇ ਸੁੱਟਿਆ ਜਾਣ, ਸਖਤ ਸਜ਼ਾ ਹੋਣ। ਪੂਰੀ ਸਿੱਖ ਕੌਮ ਇਹਨੂੰ ਜਾਣਨਾ ਚਾਹੁੰਦੀ ਹੈ ਵੀ ਇਹ ਕਿਹੜੇ ਬੰਦੇ ਸੀ, ਕਿਉਂ ਕੀਤਾ ਗਿਆ। ਕਿਉਂਕਿ ਪਹਿਲਾਂ 2 ਐਸਆਈਟੀਆਂ ਨੇ, ਜਿਵੇਂ ਖੱਟੜਾ ਸਾਹਿਬ ਦੀ ਅਕਾਲੀ ਦਲ ਵੇਲੇ ਦੀ ਬਣੀ ਹੋਈ ਸੀ, ਉਹਨੇ ਵੀ, ਔਰ ਜਸਟਿਸ ਰਣਜੀਤ ਸਿੰਘ ਦੀ ਜਿਹੜੀ ਐਸਆਈਟੀ ਸੀਗੀ ਉਹਨੇ ਵੀ, ਦੋਨਾਂ ਨੇ ਇਹ ਕਰਤਾ ਸੀ ਕਲੀਅਰ ਵੀ ਜਿਹੜਾ ਬੇਅਦਬੀ ਹੋਈ ਹੈ ਉਹ ਡੇਰਾ ਪ੍ਰੇਮੀਆਂ ਨੇ ਕੀਤੀ ਹੈ, ਰਾਮ ਰਹੀਮ ਦੇ ਇਸ਼ਾਰੇ 'ਤੇ ਕੀਤੀ ਗਈ ਹੈ। ਅਤੇ ਇਹਦੇ ਵਿੱਚ ਕੋਈ ਗੱਲ ਲੁਕੀ ਹੋਈ ਨਹੀਂ, ਜੱਗ ਜ਼ਾਹਰ ਗੱਲ ਹੈ। ਜਦੋਂ ਇਹਨਾਂ ਨੇ ਪੋਸਟਰ ਹੀ ਲਾਤੇ ਸੀ, ਤੁਸੀਂ ਇਸ ਗੱਲ ਨਾਲ ਆਪ ਜੁੜੇ ਹੋਏ, ਤੁਹਾਨੂੰ ਇਸ ਚੀਜ਼ ਦਾ ਇੱਕ ਚੀਜ਼ ਦਾ ਪਤਾ ਹੈ ਕਿ ਜੇ ਆਪਾਂ ਪਿਛਲੇ ਇਤਿਹਾਸ ਦਾ ਆਪਾਂ ਫੋੜੀਏ ਮਗਰਲਾ 15 ਨਾਲ, ਅਤੇ ਉਹਦੇ ਵਿੱਚ ਤੁਸੀਂ ਦੇਖੋ ਵੀ ਇਹਨਾਂ ਨੇ ਪੋਸਟਰ ਲਾਏ। ਪੋਸਟਰ ਉਹਨਾਂ 'ਚ ਕਿਹਾ ਵੀ ਤੁਹਾਡਾ ਗੁਰੂ ਅਸੀਂ ਸਾਡੇ ਕੋਲੇ ਆ, ਤੁਹਾਡਾ ਵੱਡਾ ਗੁਰੂ, ਅਸੀਂ ਉਹਦੀ ਬੇਅਦਬੀ ਕਰਾਂਗੇ, ਸਾਡੀ ਫਿਲਮ ਨਾ ਚੱਲਣ ਦਿੱਤੀ। ਸਾਰਾ ਕੁਝ ਹੋਇਆ, ਉਹਨਾਂ ਨੇ ਉਵੇਂ ਜ਼ਿਕਰ ਉਹਨੇ ਬੇਅਦਬੀ ਵੀ ਕੀਤੀ। ਉਸ ਤੋਂ ਬਾਅਦ ਉਹਨਾਂ ਦੇ ਬੰਦੇ ਫੜੇ ਗਏ ਹੈ, ਐਸਆਈਟੀ ਖੱਟੜਾ ਸਾਹਿਬ ਹੋਰਾਂ ਨੇ। ਨਹੀਂ, ਉਸ ਤੋਂ ਬਾਅਦ ਮੈਂ ਭੁਪਿੰਦਰ ਜੀ ਤੁਹਾਡੀ ਗੱਲ ਇੱਥੇ ਕੱਟਣਾ ਚਾਹੁੰਦਾ। 24 ਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਜਦੋਂ ਹੱਥ ਲਿਖਤ ਪੋਸਟਰ ਲੱਗਦੇ ਨੇ, ਉਸ ਤੋਂ ਬਾਅਦ ਵੀ ਕਿਸੇ ਡੇਰਾ ਪ੍ਰੇਮੀ ਨੂੰ ਬਾਦਲ ਸਰਕਾਰ ਦੀ ਪੁਲਿਸ ਤਫਤੀਸ਼ ਸ਼ਾਮਲ ਨਹੀਂ ਕਰਦੀ। ਬਿਲਕੁਲ ਨਹੀਂ ਕੀਤਾ। ਉਹੀ ਦੇਖੋ, ਜੇ ਉਹ ਕਰ ਲੈਂਦੀ ਉਸ ਟਾਈਮ 'ਤੇ ਤਾਂ ਇਹ ਚੀਜ਼ਾਂ 'ਚ ਹੋਣੀ ਨਹੀਂ ਸੀ। ਦੇਖੋ, ਇਹ ਜਦੋਂ ਨਹੀਂ ਕੀਤੀ, ਨਹੀਂ ਸਖਤੀ ਵਰਤੀ ਗਈ, ਜਦੋਂ ਇੱਕ ਬੰਦਾ ਪੋਸਟਰ ਲਾ ਰਿਹਾ ਮੈਂ ਗੁਰੂ ਤੁਹਾਡਾ ਅਸੀਂ ਚੱਕ ਲਿਆ, ਤਾਂ ਫਿਰ ਪਿੱਛੇ ਕੀ ਰਹਿ ਗਿਆ? ਦੇਖੋ, ਪਿੱਛੇ ਤਾਂ ਕੁਝ ਕੋਈ ਗੁੰਜਾਇਸ਼ ਨਹੀਂ। ਮੈਂ ਮੰਨ ਰਿਹਾ ਵੀ ਮੈਂ ਗੁਨਾਹ ਕੀਤਾ ਹੈ, ਤਾਂ ਫਿਰ ਵੀ ਜੇ ਮੈਨੂੰ ਸਜ਼ਾ ਨਹੀਂ ਮਿਲਦੀ ਤਾਂ ਫਿਰ ਤਾਂ ਦੇਖੋ ਕੋਈ ਨਾ ਕੀ ਇਹਦੇ ਵਿੱਚ ਕੀ ਹੈ। ਇਹੀ ਤਾਂ ਚੀਜ਼ ਹੁਣ ਸਾਰੀ ਕਲੀਅਰ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਕਾਂਗਰਸ ਗੌਰਮੈਂਟ ਆਉਣ ਦੇ ਉੱਤੇ ਇਹਦੀਆਂ ਐਸਆਈਟੀਆਂ ਬਣ ਕੇ ਇਹ ਕੰਮ ਸ਼ੁਰੂ ਹੋਇਆ। ਇਹਨਾਂ ਦੇ ਨਾਂ ਆਉਣੇ ਲੱਗੇ, ਪਤਾ ਲੱਗਿਆ ਵੀ ਬਾਕੀ ਡੇਰੇ ਵਾਲਿਆਂ ਨੇ ਕੀਤਾ। ਜਦੋਂ ਇਹ ਬੰਦੇ ਫੜੇ ਗਏ ਇਹਨਾਂ ਦੇ, ਉਹ ਬੰਦਿਆਂ ਨੇ ਮੰਨਿਆ ਕਿ ਇੱਕ ਐਸਆਈਟੀ ਉਹਦੇ ਨਾਲ ਗਈ ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਚੱਕ ਕੇ ਲਗੇ, ਕਿੱਥੇ ਰੱਖਿਆ, ਕਿੱਥੇ ਇਹਨਾਂ ਨੇ ਬੇਅਦਬੀ ਕੀਤੀ, ਕਿੱਥੇ ਉਹਨਾਂ ਦੇ ਅੰਕ ਲੈ ਰਹੇ ਗਏ, ਸਾਰੀ ਚੀਜ਼ ਮੰਨ ਚੁੱਕੇ ਹੈ। ਇਹ ਜਿਹੇ ਔਨ ਰਿਕਾਰਡ ਹੈ, ਸਾਰੇ ਐਵੀਡੈਂਸ ਸਾਰੇ ਰਿਕਾਰਡ ਕਰਕੇ ਦੇਖੋ। ਕੋਈ ਇਹਦੇ ਵਿੱਚ ਕੋਈ ਵੀ ਬੰਦਾ ਹੋਵੇ, ਚਾਹੇ ਮੈਂ ਹੋਵਾਂ ਚਾਹੇ ਤੁਸੀਂ ਹੋਵੋ, ਇਹਦੀ ਪੈਰਵਾਈ ਕਰਦੇ ਹੋ, ਤੁਹਾਡੀ ਜ਼ਿੰਮੇਵਾਰੀ ਲੱਗੀ ਵੀ ਤੁਸੀਂ ਗਲਤ ਨਹੀਂ ਕਰੋਗੇ। ਕਿਉਂਕਿ ਤੁਸੀਂ ਸਰਕਾਰ ਤੁਹਾਨੂੰ ਕੁਛ ਕਹਿ ਦੇ, ਕੋਈ ਸਰਕਾਰ ਕੁਛ ਕਹਿ ਦੇ, ਪਰ ਜਿਹੜਾ ਅਫਸਰ ਕਰ ਰਿਹਾ ਮੈਂ ਨਹੀਂ ਮੰਨਦਾ ਵੀ ਉਹ ਇਹੀ ਕੋਤਾਹੀ ਕਰੂਗਾ ਵੀ ਗੁਰੂ ਗ੍ਰੰਥ ਸਾਹਿਬ ਦੇ
ਗਲਤ ਦੋਸ਼ੀਆਂ ਨੂੰ ਫੜੂਗਾ ਜਾਂ ਗਲਤ ਕੁਝ ਕਰੂਗਾ, ਉਹ ਵਾਲਾ ਹਰ ਇੱਕ ਬੰਦੇ ਨੂੰ ਹੁੰਦਾ ਵੀ ਯਾਰ ਮੈਨੂੰ ਇਹ ਮੇਰੀ ਡਿਊਟੀ ਲੱਗੀ ਆ ਪ੍ਰਮਾਤਮਾ ਕਹਿੰਦਾ ਵੀ ਮੈਂ ਇਹਦੀ ਸੱਚਾਈ ਕੱਢ ਕੇ ਦੇਣੀ। ਭੁਪਿੰਦਰ ਸਿੰਘ ਜੀ, ਆਪਣੇ ਨਾਸ ਚੈਨਲ ਨੂੰ ਦੇਸ਼ ਵਿਦੇਸ਼ 'ਚ ਲੋਕ ਦੇਖਦੇ ਨੇ, ਵਾਚਦੇ ਨੇ ਜੀ। ਉਹ ਜਾਣਨਾ ਚਾਹੁੰਦੇ ਨੇ ਵੀ ਪਹਿਲਾਂ ਜਦੋਂ ਬਾਦਲ ਸਰਕਾਰ ਨੇ ਇਕਬਾਲਪ੍ਰੀਤ ਸਿੰਘ ਸੋਤਾ IG ਦੀ ਅਗਵਾਈ 'ਚ SIT ਦਾ ਗਠਨ ਕੀਤਾ ਜੀ, ਉਹਨਾਂ ਨੇ ਕਿਹਾ ਵਾਕਈ ਹੀ ਪੁਲਿਸ ਦੋਸ਼ੀ ਹੈ। 14 ਅਕਤੂਬਰ ਦੀ ਘਟਨਾ ਹੈ ਤੇ 21 ਅਕਤੂਬਰ ਨੂੰ ਅਣਪਛਾਤੀ ਪੁਲਿਸ ਖਿਲਾਫ ਮਾਮਲਾ ਦਰਜ ਹੁੰਦਾ ਹੈ। ਉਸ ਵੇਲੇ ਬੜਾ ਰੌਲਾ ਪਿਆ, ਇੱਥੋਂ ਤੱਕ ਕਿ ਵਿਧਾਨ ਸਭਾ ਤੇ ਲੋਕ ਸਭਾ 'ਚ ਵੀ ਇਹ ਮਸਲਾ ਉੱਠਿਆ ਵੀ ਪੁਲਿਸ ਅਣਪਛਾਤੀ ਨਹੀਂ ਹੁੰਦੀ। ਉਸ ਤੋਂ ਬਾਅਦ ਜਦੋਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਐਜ਼ ਏ ਮੁੱਖ ਮੰਤਰੀ ਪੰਜਾਬ, ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ, ਅਸੀਂ ਇੱਕ ਪੱਤਰਕਾਰ ਹੋਣ ਨਾਤੇ ਪ੍ਰੈਸ ਕਾਨਫਰੰਸਾਂ 'ਚ ਉਹਨਾਂ ਨੂੰ ਪੁੱਛਦੇ, ਕਹਿੰਦੇ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ। ਉਹਨਾਂ ਦੀ ਜਾਂਚ ਰਿਪੋਰਟ ਆਈ, ਉਹ ਵੀ ਵਿੱਚ ਇਹਨਾਂ ਨੇ ਦਬ ਲਈ, ਉਹ ਵੀ ਨਹੀਂ ਮੰਨਣ ਦਾ ਕੀਤਾ। ਉਸ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਜਾਂਚ ਰਿਪੋਰਟ ਆਈ, ਜਸਟਿਸ ਕਾਟਜੂ ਦੀ ਵੀ ਆਈ। ਮੈਂ ਬੜਾ ਨੇੜਿਓਂ ਜੁੜਿਆ ਹੋਇਆ। ਰਣਬੀਰ ਸਿੰਘ ਖੱਟੜਾ ਦੀ SIT ਉਸ ਵੇਲੇ ਸਰਗਰਮ ਹੁੰਦੀ ਹੈ ਜਦੋਂ 1 ਜੂਨ 2018 ਨੂੰ ਭਾਈ ਧਿਆਨ ਸਿੰਘ ਮਾਨ ਤੇ ਬਲਜੀਤ ਸਿੰਘ ਦਾਦੂਵਾਲ ਇਨਸਾਫ ਮੋਰਚਾ ਲਾ ਦਿੰਦੇ ਨੇ ਬਰਗਾੜੀ ਵਿਖੇ। ਉਸ ਵੇਲੇ ਲੋਕਾਂ ਨੂੰ ਕੋਈ ਦਿਸਦਾ ਸੀਗਾ ਬਈ ਅੱਜ ਸਾਨੂੰ ਸ਼ਾਇਦ ਇਨਸਾਫ ਮਿਲੇ। ਅੱਜ ਪੀੜਤ ਪਰਿਵਾਰ ਕਹਿੰਦੇ ਨੇ ਸਾਨੂੰ ਇਨਸਾਫ ਨਹੀਂ ਮਿਲ ਰਿਹਾ। ਤੁਸੀਂ ਕੀ ਸਮਝਦੇ ਹੋ ਕਿਵੇਂ ਇਨਸਾਫ ਮਿਲੂਗਾ ਉਹਨਾਂ ਨੂੰ? ਪਹਿਲਾਂ ਤਾਂ ਮੈਂ ਤੁਹਾਡਾ ਵੀ ਧੰਨਵਾਦ ਕਰਨਾ ਚਾਹੁੰਦਾ, ਤੁਹਾਡੇ ਚੈਨਲ ਦਾ ਵੀ ਕਰਦਾ ਵੀ ਜਿਨ੍ਹਾਂ ਨੇ ਇਹ ਬੜਾ ਬੇਖੂਬੀ ਨਾਲ ਇਹ ਮਸਲੇ ਨੂੰ ਚੱਕਿਆ। ਤੁਸੀਂ ਵੀ ਇਹਦੇ ਵਿੱਚ ਬਹੁਤ ਗਹਿਰਾਈ ਨਾਲ ਗਏ ਹੋ ਥੱਲੇ, ਇੱਕ ਇੱਕ ਚੀਜ਼ ਦਾ ਤੁਹਾਨੂੰ ਪਤਾ ਹੈ ਵੀ ਕਿਹੜੀ ਡੇਟ ਨੂੰ ਕੀ ਹੋਇਆ, ਕਿੱਥੇ ਕਿਵੇਂ ਹੋਇਆ, ਤੁਹਾਨੂੰ ਇੱਕ ਇੱਕ ਚੀਜ਼ ਦਾ ਤਾਂ ਪਤਾ। ਪਰ ਜਿਹੜੀਆਂ ਇਹ ਜਿਹੜੀ ਇੰਨੀ ਡਿਲੇ ਹੋਈ ਹੈ, ਦੇਖੋ ਮੈਂ ਆਣਾ ਵੀ ਜਿਹੜੇ ਸਰਕਾਰਾਂ ਨੇ ਡਿਲੇ ਕੀਤੀ ਹੈ ਉਹ ਗੁਰੂ ਦੇ ਦੋਸ਼ੀ ਹੈ, ਉਹ ਉਹਨਾਂ ਨੂੰ ਕਦੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ। ਕਿਉਂ ਡਿਲੇ ਕੀਤਾ ਗਿਆ? ਸਾਡੇ ਗੁਰੂ ਦਾ ਮਸਲਾ, ਅਸੀਂ ਇਹ ਕੱਢਣਾ ਚਾਹੁੰਦੇ ਤਾਂ 5 ਮਹੀਨੇ 'ਚ ਵੀ ਨਿਕਲ ਸਕਦਾ, 4 'ਚ ਵੀ ਨਿਕਲ ਸਕਦਾ। ਚਲੋ ਮੈਂ ਨਾ ਵੀ ਦੇਰੀ ਹੋ ਗਈ, ਪਰ ਅੱਜ ਵੀ ਜੇ ਆਏ ਦੇਰ ਆਏ ਦੋਸਤ ਆਏ, ਅੱਜ ਵੀ ਸਾਡੀ ਪੂਰੀ ਸਿੱਖ ਕੌਮ ਦੇ ਦੇਖੋ 15 ਤੋਂ ਲੈ ਕੇ ਗੁੱਸਾ ਵੱਧਦਾ ਹੀ ਗਿਆ, ਘਟਿਆ ਹਰ ਇੱਕ ਦੇ ਅੰਦਰ, ਕਿਉਂਕਿ ਬਹੁਤ ਅੰਦਰ ਉਬਾਲੇ ਉੱਠ ਰਹੇ ਆ ਕਿ ਕਿਉਂ ਇਹ ਕੀਤੀ ਗਈ, ਕਿਉਂ ਇਹ ਕਿਹੜੇ ਬੰਦੇ ਸੀ, ਕੀ ਇਹਨਾਂ ਦਾ ਮਕਸਦ ਸੀ, ਕੀ ਕੋਈ ਕਹਿੰਦਾ ਜੀ ਪਾਕਿਸਤਾਨ ਦੀਆਂ ਏਜੰਸੀਆਂ ਦਾ ਹੱਥ ਹੈ, ਕੋਈ ਕੁਛ ਕਹਿ ਦਿੰਦਾ। ਇੱਥੋਂ ਤੱਕ ਕਿ ਵੀ ਇਹਨਾਂ ਨੇ ਜਦੋਂ ਮੈਂ ਪੈਰਵਾਈ ਕਰਦਾ ਸੀ ਮੈਨੂੰ ਰੋਕਣ ਪਿੱਛੇ ਵੀ ਕਰੋੜ ਰੁਪਏ ਦੀ ਸਫਾਰੀ ਰੱਖੀਗੀ, ਚੈਨਲਾਂ ਤੇ ਰੱਖੀਗੀ ਰਾਮਰੀਨ ਕਮੀ ਵੀ ਇਹਨੂੰ ਜੀ ਜਿਹੜਾ ਕੋਈ ਮਾਰੂਗਾ ਅਸੀਂ ਕਰੋੜ ਰੁਪਏ ਦੇ 1 ਕਰੋੜ ਰੁਪਏ ਸਫਾਰੀ, ਕਰੋੜ ਰੁਪਏ ਦੀ ਸਫਾਰੀ। ਸਾਡੇ ਦਰਸ਼ਕ ਦੇਖ ਰਹੇ ਨੇ, ਸੁਣ ਰਹੇ ਨੇ। ਭੁਪਿੰਦਰ ਸਿੰਘ ਗੋਰਾ ਜੀ ਕਹਿੰਦੇ ਨੇ ਵੀ ਮੈਨੂੰ ਮਾਰਨ ਲਈ 1 ਕਰੋੜ ਰੁਪਏ ਦੀ ਸਫਾਰੀ ਰੱਖੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ। ਇਹ ਗੱਲ ਕਹਿ ਰਹੇ ਹੋ ਤੁਸੀਂ? ਮੈਂ ਦੇਖੋ ਖੁਦ ਨਹੀਂ, ਇੱਕ ਨਹੀਂ ਕੋਈ 5 ਚੈਨਲਾਂ ਨੇ ਕਹੀ ਹੋਈ ਹੈ ਜਿਹੜੇ ਨੈਸ਼ਨਲ ਚੈਨਲ ਹੈ। ਇੰਡੀਆ TV ਤੇ ਜਿਹੜਾ ਨੈਸ਼ਨਲ ਚੈਨਲ ਹੈ ਅੱਜ ਤੱਕ ਤੇ ਸਾਰੇ ਚੈਨਲਾਂ ਤੇ ਆਇਆ ਔਨ ਰਿਕਾਰਡ ਹੈ। ਉਹਦੀ ਇੱਕ 39 ਚੰਡੀਗੜ੍ਹ ਦੇ ਵਿੱਚ DDR ਵੀ ਕੱਟੀ ਗਈ ਹੈ ਵੀ ਇਹ ਜਿਹੜੀ ਹੈਗੀ ਆ ਮਾਰਨ ਵਾਸਤੇ ਯੂਪੀ ਦੇ ਕਿਸੇ ਸ਼ਾਪ ਸ਼ੂਟਰ ਨੂੰ ਅਸੀਂ ਦਿੱਤੀ ਹੈ। ਤਾਂ ਇਹ ਸਾਰੀਆਂ ਕੋਈ ਮੈਂ ਨਹੀਂ ਕਹਿ ਰਿਹਾ। ਉਸ ਤੋਂ ਬਾਅਦ ਪਿੱਛੇ ਜੇ 3 ਮਹੀਨੇ ਪਹਿਲਾਂ ਖੱਟੜਾ ਸਾਹਿਬ ਦਾ ਨਾਂ, ਮੇਰਾ ਨਾਂ, ਠੀਕ ਹੈ, ਉਹਦੇ ਵਿੱਚ ਰੰਧਾਵਾ ਜੀ ਮੰਤਰੀ ਦਾ ਨਾਂ, ਜਿਹੜੇ ਬੋਲ ਰਹੇ ਸੀ ਬੇਜੋੜ, ਉਹਨਾਂ ਦਾ ਸਾਡਾ 3 ਚਾਰਾਂ ਦਾ ਨਾਂ ਇਹਨਾਂ ਨੇ ਚਿੱਠੀ ਕੱਢੀ ਹੈ ਵੀ ਅਸੀਂ ਇਹਨਾਂ ਨੂੰ ਤੇ ਇਹਨਾਂ ਦੇ ਪਰਿਵਾਰਾਂ ਨੂੰ ਸੋਧਾਂ ਮਾਰਾਂਗੇ, ਠੀਕ ਹੈ। ਉਹ ਵੀ ਡੇਰੇ ਕਿੰਨੀ ਹੋਈ ਗਈ, ਮੈਂ ਨਹੀਂ, ਉਹ ਸਾਰਿਆਂ ਨੂੰ ਆਈ ਹੈ। ਉਹ ਇੱਕ ਮਿਨਿਸਟਰ ਨੂੰ ਵੀ ਆਈ ਹੈ, ਜਿਹੜਾ DIG ਖੱਟਾ ਪੈਰਵਾਈ ਕਰ ਰਿਹਾ ਉਹਨੂੰ ਵੀ ਆਈ ਹੈ, ਮੈਨੂੰ ਵੀ ਆਈ ਹੈ ਵੀ ਇਹਨਾਂ ਨੂੰ ਮਾਰਾਂਗੇ। ਇੱਕ ਵਾਰੀ ਥੋੜ੍ਹੀ ਆਈ ਹੈ, ਕਦੇ ਹਰਿਆਣੇ 'ਚ ਮਿਲਦਾ ਹੈ, ਹਰਿਆਣੇ ਦੀ ਇੰਟੈਲੀਜੈਂਸ ਕਹਿੰਦੀ ਹੈ ਵੀ ਇਹਨਾਂ ਨੂੰ ਪਤਾ। ਤਾਂ ਮੈਂ ਨਾ ਵੀ ਅਸੀਂ ਪਿੱਛੇ ਨਹੀਂ ਹਟੇ। ਮੈਂ ਉਹਨੂੰ ਕਿਹਾ ਸੀ ਕੋਈ ਗੱਲ ਨਹੀਂ, ਮੈਂ ਪਿੱਛੇ ਨਹੀਂ ਹਟਣਾ, ਤੁਸੀਂ ਕੁਛ ਮਰਜ਼ੀ ਕਰੋ, ਤੁਸੀਂ ਅੱਗੇ ਬਥੇਰਿਆਂ ਨੂੰ ਡਰਾਇਆ। ਕਿਉਂਕਿ ਡੇਰੇ ਦੇ ਵਿੱਚ ਇਹ ਹੁੰਦਾ ਸੀ ਵੀ ਜਿਹੜਾ ਕੋਈ ਆਵਾਜ਼ ਉਠਾਉਂਦਾ ਸੀ, ਕਿੰਨੇ ਬੰਦੇ ਮਾਰੇ, ਅਮਰੀਜਨ ਮਾਰਿਆ, ਛਤਰਪਤੀ ਮਾਰਿਆ, ਆਪਣਾ ਪੱਤਰਕਾਰ ਸਾਡਾ ਭਾਈਚਾਰਾ, ਜਿਹੜਾ ਵੀ ਕੋਈ ਮਾੜਾ ਜਿਹਾ ਬੋਲਦਾ ਸੀ ਉਹਨੂੰ ਬਰਬਾਦ ਦਿੱਤਾ ਜਾਂਦਾ ਸੀ। ਤਾਂ ਇਸ ਕਰਕੇ ਮੈਂ ਕਿਹਾ ਵੀ ਮੈਂ ਕੋਈ ਇਹਨੂੰ ਇਹ ਸੀ ਵੀ ਉਸ ਤਰੀਕੇ ਨਾਲ ਅਸੀਂ ਡਰਾ ਲਾਂਗੇ। ਪਰ ਸਾਡੇ ਗੁਰੂ ਦੀ ਬੇਅਦਬੀ ਹੋਈ। ਪਹਿਲਾਂ ਨੇ ਸਵਾਗ ਰਚਾਇਆ, ਆਪਦੇ ਆਪ ਨੂੰ ਗੁਰੂ ਸਿੱਧ ਕਰਨ ਵਾਸਤੇ ਨੇ 2007 ਦੇ ਵਿੱਚ ਸਵਾਗ ਰਚਾ ਕੇ, ਮਈ 2007 ਹਾਂ ਬਿਲਕੁਲ ਉਦੋਂ ਰਚਾਇਆ। ਉਸ ਤੋਂ ਬਾਅਦ ਕਿੰਨਾ ਕੁਛ ਹੋਇਆ, ਠੀਕ ਹੈ ਜੀ। ਉਦੋਂ ਵੀ ਸਿੱਖਾਂ ਦੇ ਨੇ ਹਿਰਦੇ ਖੁੱਲ੍ਹੇ। ਉਸ ਤੋਂ ਬਾਅਦ ਇਹਨੇ ਹੁਣ ਆਪਦੀ ਫਿਲਮ ਚਲਾਉਣ ਖਾਤਰ ਜਾਂ ਕੀ ਇਹਦੀ ਮਨਸ਼ਾ ਸੀ, ਕਿਉਂ ਕਰਾਇਆ ਗਿਆ, ਫਿਰ ਇਹ ਕੀਤਾ, ਫਿਰ ਮੌਡ ਬਲਮ ਪਾਸ ਕੀਤਾ। ਤਾਂ ਵੀ ਦੇਖੋ ਇੰਨਾ ਖੁੱਲ੍ਹਾ ਬੰਦਾ ਜਿਹੜਾ ਇੰਨਾ ਕੁਛ ਕਰ ਰਿਹਾ ਤੇ ਹਜੇ ਵੀ ਉਹਦੇ ਵਿੱਚ ਮਤਲਬ ਕਿ ਪ੍ਰਮਾਤਮਾ ਨੇ ਇਨਸਾਫ ਤਾਂ ਕੀਤਾ, ਉਹਨੂੰ ਸਜ਼ਾ ਮਿਲੀ, ਉਹ ਬੈਠਾ ਸਾਰੀਆ ਜੇਲ੍ਹ ਤੇ 4 ਸਾਲ ਹੋ ਗਏ। ਪਰ ਅਸੀਂ ਨੇ ਵੀ ਜਿਹੜਾ ਸਾਡੇ ਜਿਹੜੇ ਇੱਥੇ ਕੀਤਾ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਅਜੇ ਤੱਕ ਉਹ ਇਨਸਾਫ ਸਾਡਾ ਅਧੂਰਾ ਹੈ। ਉਹਦੇ 'ਚ ਵੀ ਉਹਨੂੰ ਲਿਆ ਕੇ ਇੰਟੈਰੋਗੇਟ ਕੀਤਾ ਜਾਵੇ, ਪੁੱਛਿਆ ਜਾਵੇ ਵੀ ਤੂੰ ਇਹ ਕਿਉਂ ਬਾਈਬਲ ਕਲਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਚੱਕਿਆ ਗਿਆ, ਕਿਉਂ ਤੂੰ ਭਗਤੇ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਚੱਕਿਆ ਗਿਆ, ਕਿਉਂ ਇਹ ਤੁਸੀਂ ਇਹ ਕੁਛ ਕੀਤਾ। ਇਹ ਸਾਰੀ ਚੀਜ਼ ਕਲੀਅਰ ਹੋਣੀ ਚਾਹੀਦੀ। ਤੈਨੂੰ ਕਿਹਨੇ ਕਰਾਇਆ? ਕੋਈ ਸਰਕਾਰ ਦੀ ਸ਼ਹਿ ਸੀ ਜਾਂ ਤੁਹਾਨੂੰ ਬਾਕੀ ਪਾਕਿਸਤਾਨ ਤੋਂ ਸੀ? ਉਹ ਚੀਜ਼ਾਂ ਹੋਣੀਆਂ ਚਾਹੀਦੀਆਂ। ਉਹੀ ਹੁਣ ਜਿਹੜਾ ਹੈਗਾ ਕੁਵੇ ਪ੍ਰਤਾਪ ਜੀ ਨੇ ਉਹਦੀ SIT ਬਣਾ ਕੇ ਭੇਜਤੀ, ਉਹਦੀ ਰਿਪੋਰਟ ਲਿਫਾਫੇ 'ਚ ਬੰਦ ਲਿਫਾਫੇ 'ਚ ਭੇਜ ਦਿੱਤੀ। ਤੇ ਉਹ ਹੁਣ ਜਿਹੜਾ ਹੈਗਾ ਵੀ ਕੋਈ ਵੀ ਅਫਸਰ ਹੋਵੇ, ਮੈਂ ਚਾਹੇ ਕੋਈ ਲੀਡਰ ਹੋਵੇ ਵੱਡੇ ਤੋਂ ਵੱਡਾ, ਚਾਹੇ ਕੋਈ ਉਹਦੇ ਵਿੱਚ ਡੇਰਾ ਮੁਖੀ ਹੋਵੇ, ਕੋਈ ਵੀ ਹੈ, ਉਹਨੂੰ ਨਹੀਂ ਬਖਸ਼ਿਆ ਜਾਣਾ ਚਾਹੀਦਾ। ਉਹਨੂੰ ਮੈਂ ਨਾ ਵੀ ਫਾਂਸੀ ਲੱਗਣੀ ਚਾਹੀਦੀ ਐਸੇ ਬੰਦੇ ਨੂੰ ਜਿਹਨੇ ਸਾਡੀ ਬੇਅਦਬੀ ਕੀਤੀ। ਇਹਦਾ ਸਮਾਜਿਕ ਬਾਈਕਾਟ ਹੋ ਚੁੱਕਿਆ।
ਮੈਂ ਤੁਹਾਡੇ ਚੈਨਲ ਤੇ ਕਹਿਣਾ ਵੀ ਰਾਮ ਰਹੀਮ ਦਾ ਪੂਰੇ ਸਿੱਖ ਕੌਮ ਨੇ, ਪੂਰੇ ਲੋਕਾਂ ਨੇ ਇਹਦਾ ਬਾਈਕਾਟ ਕੀਤਾ। ਨਾਲ ਹੀ ਇਹਦਾ ਕੀਤਾ ਹਰਮੰਦਰ ਜੱਸੀ ਦਾ, ਜਿਹੜੇ ਤੁਸੀਂ ਮੇਰਾ ਰਿਸ਼ਤੇਦਾਰ ਕਹਿੰਦੇ, ਮੈਂ ਉਹਨੂੰ ਕੰਸ ਮਾਮਾ ਕਹਿਣਾ, ਕਿਉਂਕਿ ਜਿਹੜਾ ਬੰਦੇ ਨੇ ਸਾਡੇ ਬੰਬ ਬਲਾਸਟ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾਈਆਂ, ਉਹਦਾ ਰਿਸ਼ਤੇਦਾਰ, ਉਹਦੀ ਮਿਲੀ ਭੁਗਤ ਨਾਲ, ਤੇ ਉਹ ਬੰਦਾ ਸਾਡਾ ਕੁਛ ਨਹੀਂ ਲੱਗਦਾ, ਉਹ ਸਾਡਾ ਕੋਈ ਰਿਸ਼ਤੇਦਾਰ ਨਹੀਂ, ਉਹ ਸਾਡਾ ਕੰਸ ਹੈ। ਕੰਸ ਤੋਂ ਵੀ ਉਹਨੂੰ ਤੇ ਮੋੜ ਬੰਬ ਬਲਾਸਟ ਕਾਂਡ ਤੇ ਬਰਗਾੜੀ ਬੇਅਦਬੀ ਕਾਂਡ, ਇਹਦੇ ਲਈ ਤੁਸੀਂ ਦੋਸ਼ੀ ਕਿਹਨੂੰ ਮੰਨਦੇ ਹੋ? ਮੈਂ ਨਹੀਂ ਦੋਸ਼ੀ ਮੰਨਦਾ, ਇਹ ਦੋਸ਼ੀ ਮੰਨ ਰਹੀਆਂ SIT ਨੇ। ਮੈਂ ਦੇਖੋ, ਮੈਂ ਕੋਈ ਜਾਂਚ ਨਹੀਂ ਕੀਤੀ, ਮੈਂ ਤਾਂ ਉਹਨਾਂ ਦੇ ਆਧਾਰ ਤੇ ਹੀ ਕਰ ਰਿਹਾ। ਤੇ ਖਰੜਾ ਸਾਹਿਬ ਨੇ ਕਹਿਤਾ ਵੀ ਮੋੜ ਬੰਬ ਬਲਾਸਟ ਰਾਮਵੀਰ ਨੇ ਕਰਿਆ, ਉਹਦੇ ਬੰਦਿਆਂ ਨੇ ਕਰਿਆ, ਗੱਡੀਆਂ ਤਿਆਰ ਹੋਈਆਂ, ਉੱਥੋਂ ਸਾਰਾ ਕੁਝ ਮਿਲ ਵੀ ਗਿਆ, ਕਲੂ ਮਿਲੇ ਆ, ਵੀ ਮੈਂ ਨਹੀਂ ਕਹਿ ਰਿਹਾ, ਠੀਕ ਹੈ। ਉਸ ਤੋਂ ਬਾਅਦ ਬਠਿੰਡਾ ਜਿਹੜਾ ਉੱਥੇ ਮੌਜੂਦਾ SSP ਸੀ, ਉਹਨੇ ਵੀ ਇਹੀ ਜਾਣਕਾਰੀ ਦਿੱਤੀ ਸੀ। ਉਸ ਤੋਂ ਬਾਅਦ ਜਿਹੜਾ ਹੈਗਾ ਰਣਜੀਤ ਸਿੰਘ ਜਸਟਿਸ, ਉਹਦੀ ਰਿਪੋਰਟ ਵੀ ਆ ਗਿਆ। ਹੁਣ ਤਿੰਨਾਂ ਦੀ ਰਿਪੋਰਟਾਂ ਦੇ ਵਿੱਚ ਆਇਆ, ਤਾਂ ਹੀ ਇਹ ਚੀਜ਼ਾਂ ਉੱਥੋਂ ਮਿਲੀਆਂ, ਤਾਂ ਹੀ ਅਸੀਂ ਉਹਨੂੰ ਬਣਾ ਰਹੇ ਹਾਂ ਜੋ ਦੋਸ਼ੀ ਹੈ। ਤੇ ਇਸ ਕਰਕੇ ਉਹ ਦੋਸ਼ੀ ਹੈ ਤਾਂ ਉਹਨੂੰ ਫੜ ਕੇ ਉਹਨੂੰ ਅੰਦਰ ਦੇਣਾ ਚਾਹੀਦਾ। ਇੰਨਾ ਪੁੱਛਣਾ ਰਹਿ ਗਿਆ ਉਤੋਂ, ਤੁਹਾਡੇ ਚੈਨਲ ਰਾਹੀਂ ਮੈਂ ਦੱਸ ਦੇਣਾ, ਇੰਨੀ ਚੀਜ਼ ਪੁੱਛਣਾ ਰਹਿ ਗਈ ਵੀ ਬੰਬ ਬਲਾਸਟ ਕਿਉਂ ਕੀਤਾ ਸੀ, ਤੂੰ ਆਦੇ ਮਤਲਬ ਕਿ ਰਿਸ਼ਤੇਦਾਰ ਨਾਲ ਮਿਲ ਕੇ ਕੀਤਾ, ਕਿਉਂ ਕੀਤਾ, ਉਹਦੀ ਜਾਣਕਾਰੀ ਜ਼ਰੂਰ ਲੈਣੀ ਪਊਗੀ। ਜਿੰਨਾ ਚਿਰ ਉਹਨੂੰ ਇੰਟੈਰੋਗੇਟ ਨਹੀਂ ਕੀਤਾ, ਉਹ ਦੱਸੂਗਾ ਵੀ ਮੈਂ ਬੰਬ ਬਲਾਸਟ ਭਾਈ ਇਸ ਗੱਲ ਨੂੰ ਕੀਤਾ ਸੀ, ਆਹ ਚੀਜ਼ ਨੂੰ ਕੀਤਾ ਸੀ। ਉਹ ਗੱਲ ਨਿਕਲਿਆ ਵੇ, ਇੱਕ ਨਿਕਲਿਆ ਵੇ ਉਹ ਤੋਂ ਵੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਕੀਤੀ, ਦੋਨੇ ਗੱਲਾਂ ਜੇ ਉਹਨੂੰ ਲਿਆਂਦਾ ਜਾਊਗਾ ਤਾਂ ਹੀ ਨਿਕਲੂਗੀ ਨਾ। ਹੁਣ ਮਾਨਯੋਗ ਹਰਿਆਣੇ ਦੇ ਵਿੱਚ ਮੈਂ ਜਿਹੜੀ ਪਟੀਸ਼ਨ ਪਾਈ ਸੀ, ਉਹਦੇ 'ਤੇ ਜ਼ਰੂਰ ਐਕਸ਼ਨ ਵੀ ਹੋਇਆ ਸੀ। ਉਹ SIT ਨੂੰ ਇੱਕ ਇਹ ਵੀ ਗਏ ਸੀ ਉੱਥੇ ਸਾਰੀਆ ਜੇਲ੍ਹ 'ਚ ਪੁੱਛਣ, ਤਾਂ ਉਦੋਂ ਉਹਨਾਂ ਨੂੰ ਵਾਪਸ ਮੋੜ ਦਿੱਤਾ ਗਿਆ। ਤਾਂ ਹੁਣ ਮੈਂ ਇਹ ਆਣਾ ਵੀ ਜਿਹੜੀ ਹੈਗੀ ਵੀ ਜੇ ਮਾਨਯੋਗ ਹਾਈ ਕੋਰਟ ਡਾਇਰੈਕਸ਼ਨ ਦੇਊ, ਪਰਚਾ ਕਰੂਗੀ, ਉੱਥੋਂ ਲਿਆਂਦਾ ਜਾਵੇ ਹਰਿਆਣਾ, ਤਾਂ ਹੀ ਦੇਣਾ, ਨਹੀਂ ਤਾਂ ਦੇਣੇ ਨਹੀਂ। ਉਹਨਾਂ ਨੇ ਫਿਰ ਕਹਿ ਦੇਣਾ ਜੀ ਇਹਨੂੰ, ਇਹਦੀ ਜਾਨ ਨੂੰ ਖਤਰਾ, ਜੀ ਇਹਨੂੰ ਸਿਕਿਉਰਿਟੀ ਪੱਖੋਂ ਨਹੀਂ, ਅਸੀਂ ਲਾ ਨਹੀਂ ਸਕਦੇ। ਦੱਸੋ ਵੀ ਜਦੋਂ ਇੱਕ ਪੁਲਿਸ ਅਫਸਰ ਇੱਕ SIT ਨੂੰ ਮਿਲਣ ਜਾ ਰਹੀ ਹੈ, ਤਾਂ ਉਹ ਦੱਸੋ ਉਹਨੂੰ ਮਾਰਨ ਚੱਲੀਏ? ਕਿੰਨੀਆਂ ਪਟੀਸ਼ਨਾਂ ਪਾਈਆਂ ਨੇ ਹੁਣ ਤੱਕ? ਮੇਰੀਆਂ 3 ਪਈਆਂ। ਕਿਹੜੀਆਂ? ਮੇਰੀਆਂ ਮੋੜ ਬੰਬ ਬਲਾਸਟ, ਬਗਰਾੜੀ ਵਾਲਾ, ਆਪਣਾ ਬਹਿਬਲ ਕਲਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਨਤੀ ਹੈ। ਪਟੀਸ਼ਨਰਾਂ ਰਾਹੀਂ ਕੀ ਮੰਗ ਕੀਤੀ ਹੈ? ਇਹੀ ਮੰਗ ਕੀਤੀ ਹੈ ਵੀ ਇਹਨਾਂ ਨੂੰ ਰਾਮ ਰਹੀਮ ਦਾ ਜੋ ਜਗ ਜ਼ਹਿਰ ਹੋ ਗਿਆ, ਤਾਂ ਉਹਨੂੰ ਲਿਆ ਕੇ ਦੀ ਕੀਤੀ ਜਾਵੇ। ਜਦੋਂ ਜਗ ਜ਼ਹਿਰ ਹੋ ਗਿਆ ਪਟੀਸ਼ਨਾਂ ਇਹਦੇ ਵਿੱਚ, SITਆਂ ਦੇ ਵਿੱਚ, ਵੀ ਗੁਰੂ ਗ੍ਰੰਥ ਸਾਹਿਬ ਦੀ ਕਿਹਨੇ ਬੇਅਦਬੀ ਕੀਤੀ ਹੈ, ਕਿਉਂ ਚੱਕੇ ਗਏ, ਉਹਨਾਂ ਨੂੰ ਲਿਆ ਕੇ ਉਹਨਾਂ ਦੇ ਪਰਚੇ ਦਰਜ ਹੋਣ। ਪੰਜਾਬ 'ਚ ਕਿਉਂ ਨਹੀਂ ਲੈਂਦਾ? ਤਾਂ ਮੈਂ ਤਾਂ ਇਹੀ ਇੱਕ ਭੁਪਿੰਦਰ ਸਿੰਘ ਜੀ, ਨਵੀਂ ਚੀਜ਼ ਸਾਹਮਣੇ ਆਈ ਹੈ, ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ IG ਨੇ, SIT ਦੇ ਮੁਖੀ ਨੇ, ਉਹ ਕਹਿੰਦੇ ਅਸਲ ਸਬੂਤ ਮਿਟਾਉਣ, ਨਵੇਂ ਸਬੂਤ ਪੈਦਾ ਕਰਨ। ਇੱਥੋਂ ਤੱਕ ਕਿ ਜਿਹੜਾ ਕਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ, 2 ਮੁੰਡੇ ਸ਼ਹੀਦ ਹੋਏ ਸੀ, ਉਹਨਾਂ ਦੇ ਮ੍ਰਿਤਕ ਸਰੀਰਾਂ 'ਚੋਂ ਨਿਕਲੀਆਂ ਗੋਲੀਆਂ ਨਾਲ ਵੀ ਛੇੜਛਾੜ ਹੋਈ। ਕੀ ਬਾਦਲ ਸਰਕਾਰ ਨੇ ਨਹੀਂ ਖੋਲ੍ਹਦੇ ਰੱਖੀ ਸੀ ਉਹਨਾਂ ਨੂੰ, ਪੁਲਿਸ ਨੂੰ? ਜਿੱਥੋਂ ਤੱਕ ਜਿਹੜਾ ਮੈਨੂੰ ਲੱਗ ਰਿਹਾ, ਉਸ ਟਾਈਮ ਦੇ ਵਿੱਚ ਇਹਨਾਂ ਨੇ ਇਹਦਾ ਉੱਤੇ ਹੀ ਨਹੀਂ ਉੱਚਿਆ। ਜੇ ਉੱਤਾ ਚਾਰਦੇ ਤਾਂ ਸਰਕਾਰਾਂ ਤੋਂ ਕੀ ਲੁਕਿਆ? ਇੰਟੈਲੀਜੈਂਸਾਂ ਸਾਡੇ ਕੋਲ ਇੰਨੀਆਂ, ਇੰਨਾ ਕੁਛ ਹੈ, ਤਾਂ ਇਹ ਉਦੋਂ ਕਿਸ ਗੱਲ ਤੇ ਡਰੇ ਸੀ? ਇਹੀ ਚੀਜ਼ਾਂ ਦਾ ਪੁੱਛਣ ਵਾਲੀਆਂ ਵੀ ਤੁਸੀਂ ਕਿਉਂ ਬੈਕਫੁੱਟ ਤੇ ਆਏ, ਕਿਉਂ ਤੁਸੀਂ ਇਹ ਜਿਹੜੀ ਇਹਨਾਂ ਨੂੰ ਖੁੱਲ੍ਹ ਦਿੱਤੀ, ਕਿਉਂ ਇਹ ਸਾਰਾ ਕੁਝ ਹੋਇਆ? ਤਾਂ ਫਿਰ ਤੁਸੀਂ ਉਸ ਤੋਂ ਬਾਅਦ ਜਿਹੜਾ ਹੈਗਾ, ਤੁਹਾਨੂੰ ਪਤਾ ਹੁੰਦੇ ਹੋਏ ਵੀ ਜੇ ਪੋਸਟਰ ਲਾ ਕੇ ਤੁਹਾਨੂੰ ਪਤਾ ਲੱਗ ਗਿਆ ਵੀ ਕਿਉਂ ਡਰ ਸੀ, ਕਿਉਂ ਡਰੇ ਤੁਸੀਂ ਵੀ ਰਾਮ ਰਹੀਮ ਬਾਹਰ ਸੀ ਤਾਂ ਡਰਨਾ ਪਿਆ, ਕੀ ਗੱਲ ਸੀ ਕਿ ਉਹਨਾਂ ਦੇ ਵੋਟਾਂ ਵਾਲੀਆਂ ਸੀ, ਜੋ ਵੀ ਕੁਝ ਸੀਗਾ ਉਹ ਚੀਜ਼ਾਂ। ਹੁਣ ਤਾਂ ਇਹ ਚੀਜ਼ਾਂ ਵੀ ਜਦੋਂ ਇਹ ਚੀਜ਼ਾਂ ਸਾਰੀਆਂ ਹੀ ਰਾਮ ਰਹੀਮ ਦੱਸ ਸਕਦਾ, ਜਾਂ ਜਿਹੜੇ ਬੰਦਿਆਂ ਨੇ ਸਰਕਾਰਾਂ ਦੱਸ ਸਕਦੀਆਂ, ਜਿਹੜੇ ਇਹਨਾਂ ਦੇ ਟਾਈਮ 'ਚ ਹੋਇਆ, ਛੇੜਛਾੜ ਬਹੁਤ ਕੁਝ ਹੋਇਆ, ਕਿੰਨਾ ਕੁਝ ਹੋਇਆ। ਇਹ ਤਾਂ ਇੱਕ ਚੀਜ਼ ਇਕੱਠੀ ਕਰਕੇ, ਇਹਦੇ ਕਲੂ ਇਕੱਠੇ ਕਰਕੇ, ਇਹ ਤਾਂ ਪ੍ਰਮਾਤਮਾ ਦੀ ਕਿਰਪਾ ਨਹੀਂ ਹੋਇਆ। ਦੇਖੋ ਜਿਹੜੀ ਚੜ੍ਹ ਰਹੀ ਹੈ, ਮਤਲਬ ਕਿ ਕੋਈ ਕਸਰ ਕੋਈ ਨਹੀਂ ਰਹੀ ਸੀ। ਇਹ ਸਾਰਾ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਇਹੀ ਕਹਿੰਦੇ ਨੇ ਵੀ ਮੈਂ ਆਪਣੇ ਵੱਲੋਂ ਸਾਰਾ ਕੁਝ ਦੇਤਾ, ਤੇ ਹੁਣ ਤਾਂ ਕੈਪਟਨ ਸਰਕਾਰ ਦੇ ਹੱਥ ਆ ਗਿਆ, ਉਹਨਾਂ ਨੇ ਕਰ ਦੇਣਾ ਇਨਸਾਫ। ਨਹੀਂ, ਹੁਣ ਦੇਖੋ ਕੈਪਟਨ ਸਾਹਿਬ ਨੇ ਨਾਲ ਲਿਫਾਫਾ ਦੇਖਿਆ, ਦੇਖੋ SIT ਲਾਤੀ, ਉਹਨਾਂ ਤੇ ਸਾਰਾ ਕੁਝ ਛੱਡਤਾ, ਕਿਉਂਕਿ ਉਹਨੂੰ ਜਿਹੜਾ ਉਹਦਾ ਅਫਸਰ ਕਰ ਰਿਹਾ ਉਹਦੇ ਵਿੱਚ ਕੋਈ ਇੰਟਰਫੀਅਰ ਕਰੇ ਤਾਂ ਫਿਰ ਤਾਂ ਉਹੀ ਗੱਲ ਆ ਗਈ, ਫਿਰ ਦੂਜੀਆਂ ਸਰਕਾਰਾਂ ਤੇ ਸਾਡੀਆਂ 'ਚ ਕੀ ਫਰਕ ਰਹਿੰਦਾ ਜੇ ਲਿਫਾਫਾ ਅਸੀਂ ਦੇਖਣਾ ਹੋਵੇ। ਉਹਨਾਂ ਨੇ ਮਾਨਯੋਗ ਹਾਈ ਕੋਰਟ ਕੋਲੇ ਭੇਜਤਾ, ਇਹੀ ਕੈਪਟਨ ਸਾਹਿਬ ਨੂੰ ਕਿਹਾ। ਹੁਣ ਚਲਾਨ ਪੇਸ਼ ਕਰਨਾ ਵੱਡੀ ਗੱਲ ਹੁੰਦੀ ਹੈ ਸਰਕਾਰ ਦੀ, ਉਹ ਕਰਦੇ ਜਾਂਦਾ, ਚਲਾਨ ਨਾ ਪੇਸ਼ ਕਰਦੇ ਫਿਰ ਤਾਂ ਮਤਲਬ ਕਿ ਅਸੀਂ ਕਹਿੰਦੇ ਵੀ ਸਾਡੀ ਸਰਕਾਰ। ਪਹਿਲਾਂ ਦੇਖੋ ਇਹ CBI ਨੇ ਟਕਾਇਆ, ਮੋਦੀ ਤੇ ਅਮਿਤ ਸ਼ਾਹ ਨੇ। ਮੈਂ ਉਦੋਂ ਵੀ ਜਾ ਕੇ, ਅਸੀਂ ਉਦੋਂ ਚੰਡੀਗੜ੍ਹ ਦੇ ਵਿੱਚ ਰੌਲਾ ਪਾਇਆ ਸੀ, ਪ੍ਰੈਸ 'ਚ ਵੀ ਪਾਇਆ ਸੀ, ਅਸੀਂ ਫਿਰ ਹਾਈ ਕੋਰਟ 'ਚ ਵੀ ਕਿਹਾ ਵੀ ਜੇ ਇਹ ਸੁਪਰੀਮ ਕੋਰਟ ਨੇ ਕਹਿਤਾ ਵੀ SIT ਪੰਜਾਬ ਦੀ ਤੇ ਪੰਜਾਬ ਸਰਕਾਰ ਇਹਨੂੰ ਕਰੂਗੀ, ਠੀਕ ਹੈ। ਫਿਰ ਉਹਨਾਂ ਨੇ ਕੋਈ ਲਿਆ ਕੇ ਕੋਈ ਮੋਹਾਲੀ ਕੋਰਟ 'ਚ ਪਾਤਾ ਦੁਬਾਰਾ, ਜਦੋਂ ਸੁਪਰੀਮ ਕੋਰਟ ਨੇ ਤਾਂ ਕਰ ਹੀ ਦਿੱਤਾ, ਹਾਈ ਕੋਰਟ ਨੇ ਕਰਿਆ ਪਹਿਲਾਂ ਵੀ ਨਹੀਂ, ਫਿਰ ਜਾ ਕੇ ਉਹ ਡਿਲੇ ਹੋਇਆ। ਹੋਇਆ। ਦਰਸ਼ਕਾਂ ਨੂੰ ਸਾਰਾ ਪਤਾ, ਆਪਣੇ ਜੋ ਵੀ ਪ੍ਰਸ਼ੰਸਕ ਸੁਣ ਰਹੇ ਨੇ, ਉਹ ਸਿਰਫ ਇਹ ਜਾਣਨਾ ਚਾਹੁੰਦੇ ਨੇ ਵੀ ਹੁਣ ਅੜਿੱਕਾ ਕੀ ਹੈ। ਅੜਿੱਕਾ ਤਾਂ ਚਲਾਨ ਜਾਵੜਿਆ ਜੀ। ਹੁਣ ਤਾਂ ਹਾਈ ਕੋਰਟ ਆਉਣ ਵਾਲੇ ਦਿਨਾਂ 'ਚ, ਅੱਜ ਉਹੀ ਤਾਂ ਅਰਦਾਸ ਕਰਨਾ ਹੈ ਵੀ ਹਾਈ ਕੋਰਟ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮਾਨਯੋਗ ਜੱਜ ਸਾਹਿਬ ਇਹਨੂੰ ਡਾਇਰੈਕਸ਼ਨ ਦੇਣ ਵੀ ਬਸ ਜੀ ਤੇ ਆਦਾ ਪਰਚੇ ਕਰਕੇ ਤੇ ਉਹਨੂੰ ਇੰਟੈਰੋਗੇਟ ਕਰੋ, ਲਿਆਓ ਆਦਾ ਲਿਆ ਸਕਦੀ ਇਸ ਤੇ। ਉਹ ਤਾਂ ਹੁਣ ਇਜਾਜ਼ਤ ਉਹਨਾਂ ਨੇ ਦੇਣੀ ਹੈ, ਉਹ ਹੁਣ ਕਰ ਦੇਣਗੇ ਜਦੋਂ ਚਲਾਨ ਪੇਸ਼ ਹੋ ਗਿਆ। ਹੁਣ ਉਹਦੇ ਤੇ ਕੋਰਟ ਹੁਣ ਪਰਸੋਂ ਫੈਸਲਾ ਕਰ। ਅਸੀਂ ਉਹੀ ਆਨੇ ਵੀ ਨਾ ਹੁਣ ਦੇਰੀ ਹੋਵੇ, ਹੁਣ ਤਾਂ ਸਾਰਾ ਕੁਝ ਹੋ ਗਿਆ। ਪਹਿਲਾਂ ਤਾਂ ਬਹਾਨਾ ਸੀ ਜੀ, ਜਦੋਂ ਅਸੀਂ ਪਟੀਸ਼ਨ ਪਾਉਂਦੇ ਸੀ ਉਦੋਂ ਕਹਿੰਦੇ ਸੀ ਕਿ SIT ਕਰ ਰਹੀ ਹੈ ਜੀ,
SIT ਨੂੰ ਫਿਰ ਕਹਿੰਦੇ ਚਿੱਠੀ ਕੱਢ ਦਿੰਦੇ ਸੀਗੇ, ਕੋਟਾਂ ਕੱਢ ਦਿੰਦੀਆਂ ਸੀ ਵੀ ਛੇਤੀ ਕਰੋ ਕੇਸ। ਹੁਣ ਸਾਰਾ ਕੁਝ ਹੀ ਹੋ ਗਿਆ, ਹੁਣ ਤਾਂ ਨਾ ਤਾਂ ਭੁਪਿੰਦਰ ਜੀ ਪੀੜਤ ਪਰਿਵਾਰ ਇਹੀ ਕਹਿੰਦੇ ਨੇ ਵੀ 6 ਮਹੀਨੇ ਰਹਿ ਗਏ ਕੈਪਟਨ ਸਰਕਾਰ ਦੇ, ਜੇ ਨਾ ਇਨਸਾਫ ਮਿਲਿਆ ਫਿਰ ਉਹਨਾਂ ਨੂੰ ਇਨਸਾਫ ਦੀ ਕੋਈ ਸੰਭਾਵਨਾ ਨਹੀਂ, ਅਦਾਲਤਾਂ ਤੋਂ ਵੀ ਉਹਨਾਂ ਦਾ ਭਰੋਸਾ ਉੱਠ ਸਕਦਾ। ਦੇਖੋ ਸਭ ਤੋਂ ਵੱਡਾ ਸਾਨੂੰ ਗੁਰੂ ਮਹਾਰਾਜ ਤੇ ਵਿਸ਼ਵਾਸ ਹੈ, ਜਿਨ੍ਹਾਂ ਨੇ ਸਾਰੀ ਚੀਜ਼ ਕੱਢੀ ਹੈ। ਮੈਂ ਨਹੀਂ ਮੰਨਦਾ ਵੀ ਇਹ ਚੀਜ਼ ਦੇ ਵਿੱਚ ਕੋਈ ਗਰੇਈ ਹੋਊਗੀ, ਨਾ ਹਾਈ ਕੋਰਟ ਕਰੇ, ਕਿਉਂਕਿ ਜਦੋਂ ਸਾਰੀ ਚੀਜ਼ ਹੋ ਗਈ ਹੁਣ ਹਾਈ ਕੋਰਟ ਨੂੰ ਹੋਰ ਕੁਝ ਚਾਹੀਦਾ ਹੀ ਨਹੀਂ, ਸਾਰਾ ਕੁਝ ਹੋ ਹੀ ਗਿਆ, ਆਪਾਂ ਨੂੰ ਪਤਾ ਹੀ ਹੈ। ਉਹ ਇਹੀ ਮੰਗਦੇ ਸੀ ਵੀ ਤੁਸੀਂ ਜਿਹੜਾ ਹੈਗਾ ਬਣਾ ਕੇ ਛੇਤੀ ਰਿਪੋਰਟ ਭੇਜੋ, ਚਲਾਨ ਪੇਸ਼ ਕਰੋ, ਹੋ ਗਿਆ। ਤੇ ਹੁਣ ਤਾਂ ਉਹਨਾਂ ਨੇ ਫੈਸਲਾ ਸੁਣਾਉਣਾ, ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਪੂਰੀ ਉਮੀਦ ਹੈ। ਹੁਣ ਮਹਾਰਾਜ ਪ੍ਰਮਾਤਮਾ ਤੇ ਸਭ ਤੋਂ ਵੱਡੀ ਤਾਂ ਪ੍ਰਮਾਤਮਾ ਤੇ ਸਾਨੂੰ ਟੇਕ ਹੈ, ਜਿਹਦਾ ਸਾਨੂੰ ਵੋਟਾਂ ਅਸਲਾ ਲੈ ਕੇ ਚੱਲੇ ਆ, ਜਿਹਨੇ ਸਾਰੀ ਚੀਜ਼ ਨੂੰ ਪਹੁੰਚਾਇਆ ਪੂਰੀ। ਮੈਂ ਨਹੀਂ ਇਕੱਲਾ, ਦੇਖੋ ਸਾਰੇ ਲੋਕਾਂ ਦੀਆਂ ਅਰਦਾਸਾਂ, ਪੂਰੀ ਸਿੱਖ ਕੌਮ ਦੇ ਅਰਦਾਸਾਂ, ਅੱਜ ਵੀ ਉਦੋਂ ਵੱਧ ਗੁੱਸਾ ਹੈ, ਠੀਕ ਹੈ। ਇਹ ਪੂਰਾ ਸਾਨੂੰ ਵਿਸ਼ਵਾਸ ਹੈ ਵੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਮਹੀਨੇ ਦੇ 20 ਦਿਨਾਂ ਦੇ ਵਿੱਚ ਇਹ ਜਿਹੜਾ ਅਗਲੀ ਤਰੀਕਾਂ ਦੇ ਵਿੱਚ ਇਹ 100% ਮਤਲਬ ਕਿ ਡਾਇਰੈਕਸ਼ਨ ਦਿੱਤੀ ਜਾਊਗੀ ਵੀ ਉਹ ਬੰਦਿਆਂ ਨੂੰ ਪਰਚੇ ਕਰਕੇ ਉਹਨਾਂ ਨੂੰ ਲੈ ਕੇ। ਪਰਚੇ ਤਾਂ ਦੇਖੋ ਰਾਮ ਨਹੀਂ ਦਾ ਹੋ ਹੀ ਗਿਆ, ਉਹ 5 ਬੰਦਿਆਂ ਤੇ ਵੀ ਹੋ ਗਿਆ। ਹੁਣ ਜਦੋਂ ਕੋਰਟ ਨੇ ਕਰਤਾ, ਸੱਚ ਹਾਈ ਕੋਰਟ ਨੇ ਕਰਤਾ, ਫਿਰ ਉਹਦਾ ਇੱਕ ਪੱਕਾ ਜਿਹੜੀ ਸਾਰੀ ਚੀਜ਼ ਹੋ ਜਾਣੀ ਹੈ। ਫਿਰ ਅਸੀਂ ਹਰਿਆਣੇ 'ਚ ਲਿਆਉਣਾ ਵੀ ਸੌਖਾ, ਕਿਉਂਕਿ ਹਰਿਆਣੇ ਦੇ ਵਿੱਚ ਉਹਨਾਂ 'ਚ ਲਿਆਉਣ ਨਹੀਂ ਦਿੰਦੇ, ਉਹਨਾਂ 'ਚ ਉਹ ਡਿੱਕਾ ਲਾਉਂਦੇ। ਉਹ ਤਾਂ ਦੇਖੋ ਡੇਰੇ 'ਚ ਚੈਕਿੰਗ ਨਹੀਂ ਕਰਨ ਦਿੱਤੀ ਪੰਜਾਬ ਪੁਲਿਸ ਕਨਿਆਰੀ 'ਚ, ਇਸ ਕਰਕੇ ਹਰਿਆਣਾ ਉੱਥੇ ਪੁਲਿਸ ਰੋਕਦੀ ਵੀ ਅੰਦਰ ਨਹੀਂ ਕਰਨਾ। ਤਾਂ ਫਿਰ ਹੁਣ ਕਿਵੇਂ ਇਨਸਾਫ ਹੋਊ? ਉਹ ਸਾਰਾ ਕੁਝ ਹੈ ਹਰਿਆਣੇ 'ਚ। ਦੇਖੋ ਰਾਮ ਰਹੀਮ ਵੀ ਹਰਿਆਣੇ 'ਚ ਹੈ, ਡੇਰਾ ਵੀ ਹਰਿਆਣੇ 'ਚ ਹੈ, ਬੰਦੇ ਵੀ ਹਰਿਆਣੇ 'ਚ। ਅਤੇ ਫਿਰ ਹੁਣ ਜਿਹੜੇ ਬੰਬ ਬਲਾਸਟ ਵਾਲੇ ਉਹ ਵੀ ਹਰਿਆਣੇ 'ਚ ਬੈਠੇ, ਠੀਕ ਹੈ। ਕੋਈ ਕਹਿੰਦਾ ਡੇਰੇ 'ਚ ਹੀ ਬੈਠੇ ਹੁੰਦੇ ਜੀ ਘੁੰਮਦੇ। ਤਾਂ ਫਿਰ ਹੁਣ ਸਾਰੀ ਚੀਜ਼ ਤਾਂ ਹੁਣ ਕੋਰਟ ਹੀ ਡਾਇਰੈਕਸ਼ਨ ਦੇ ਸਕਦੀ, ਇੱਕ ਜ਼ਰੀਆ ਇਹੀ ਰਹਿ ਗਿਆ, ਹੋਰ ਕੋਈ ਸਾਡੇ ਕੋਲ ਹੱਲ ਨਹੀਂ। ਅਸੀਂ ਤਾਂ ਇਹੀ ਚਾਹੁੰਦੇ ਹਾਂ, ਪੂਰੀ ਸਿੱਖ ਕੌਮ ਇਹੀ ਚਾਹੁੰਦੀ ਹੈ। ਛੋਟੇ ਚੈਨਲ ਰਾਹੀਂ ਮੈਂ ਇਹ ਅੱਜ ਬੇਨਤੀ ਕਰਦਾ, ਪੂਰੀ ਸਿੱਖ ਕੌਮ ਸਾਡੀ ਚਾਹੁੰਦੀ ਆ ਵੀ ਇਹ ਬੰਦਿਆਂ ਨੂੰ, ਦੋਸ਼ੀਆਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ, ਅਤੇ ਜਿਹੜਾ ਦੋਸ਼ੀ ਹੈਗਾ ਉਹਨੂੰ ਸਾਡੀ ਪ੍ਰਮਾਤਮਾ ਦੀ ਕਚਹਿਰੀ ਤਾਂ ਮਾਫੀ ਮਿਲਣੀ ਕੀ ਹੈ। ਸਾਡੀ ਸਿੱਖ ਕੌਮ, ਸਾਡੇ ਪੰਜਾਬ, ਸਾਰੀ ਦੁਨੀਆ ਦੇ ਵਿੱਚ, ਵਰਲਡ ਦੇ ਵਿੱਚ ਹੈ, ਉਹਨੂੰ ਕਦੇ ਮੁੜ ਕੇ ਉਹ ਬੰਦੇ ਦਾ ਬਾਈਕਾਟ ਹੋ ਜੂ ਪੂਰਾ ਪੱਧਰ ਤੇ। ਨਾ ਉਸ ਬੰਦਿਆਂ ਨੂੰ ਜੇ ਕੋਈ ਲੀਡਰ ਵੀ ਹੋਇਆ, ਕੋਈ ਵੀ ਹੋਇਆ, ਉਸ ਬੰਦਿਆਂ ਨੂੰ ਬਖਸ਼ਿਆ ਨਹੀਂ ਜਾਊਗਾ। ਚਾਹੇ ਰਾਮਲੀਨ ਦਾ ਬਾਈਕਾਟ ਪਹਿਲਾਂ ਹੀ ਕਰਤਾ, ਜੱਸੀ ਦਾ ਪਹਿਲਾਂ ਹੀ ਕਰਤਾ, ਪਰ ਅਸੀਂ ਇਹ ਨੇ ਵੀ ਸਾਡੀ ਤਾਂ ਇਹੀ ਅੱਜ ਅਰਦਾਸ ਹੈ, ਇਹੀ ਅੱਜ ਅਸੀਂ ਬਹਿਬਲ ਕਲਾਂ ਦੇ ਵਿੱਚ ਕੀਤੀ ਹੈ, ਪੂਰੀ ਸੰਗਤ ਹੈ ਵੀ ਜਲਦ ਤੋਂ ਜਲਦ ਇਨਸਾਫ ਲੱਗੇ। ਤੁਸੀਂ ਵੀ ਇਹ ਮੁੱਦੇ ਨੂੰ ਸਭ ਤੋਂ ਵੱਧ ਤੁਸੀਂ ਬਰੀਕੀ ਨਾਲ ਜਾਣਦੇ ਹੋ, ਕਿਉਂਕਿ ਤੁਸੀਂ ਬਹੁਤ ਲੰਮਾ ਮੈਂ ਸੁਣਦਾ ਵੀ ਇੰਟਰਵਿਊ ਵਿੱਚ, ਤੁਸੀਂ ਇਸ ਨੂੰ ਇੱਕ ਚੀਜ਼ ਨੂੰ ਜਾਣਦੇ, ਤੁਹਾਨੂੰ ਵੀ ਪਤਾ ਵੀ ਦੋਸ਼ੀ ਕੌਣ, ਆਪਾਂ ਨੂੰ ਵੀ ਪਤਾ ਹੈ। ਪਰ ਹੁਣ ਅਸੀਂ ਤਾਂ ਇਹੀ ਹੈ ਵੀ ਕੋਰਟ ਕਰਨੀ ਸਾਡਾ ਤਾਂ ਹੈ ਵੀ ਕੋਰਟ। ਇਹ ਸਨ ਭੁਪਿੰਦਰ ਸਿੰਘ ਗੋਰਾ, ਇਹਨਾਂ ਨੇ ਇੱਕ ਗੱਲ ਨਿਤਾਰ ਕੇ ਕੀਤੀ ਹੈ। ਕਹਿੰਦੇ ਮੋੜ ਬੰਬ ਬਲਾਸਟ ਕਾਂਡ ਤੇ ਬਰਗਾੜੀ ਬੇਅਦਬੀ ਕਾਂਡ, ਇਹਦੇ ਨਾਲ ਸੰਬੰਧਿਤ ਇਹਨਾਂ ਨੇ ਖੁਦ ਵੀ ਇੱਕ ਸਿੱਖ ਹੋਣ ਨਾਤੇ, ਇੱਕ ਪੰਥ ਦਰਦੀ ਹੋਣ ਨਾਤੇ, ਇਨਸਾਨੀਅਤ ਦਾ ਤੇ ਪੀੜਤ ਪਰਿਵਾਰਾਂ ਦਾ ਦਰਦ ਸਮਝਦਿਆਂ ਹੋਣ ਕਰਕੇ 3 ਪਟੀਸ਼ਨਾਂ ਪਾਈਆਂ ਨੇ ਹਾਈ ਕੋਰਟ ਦੇ ਵਿੱਚ। ਇਹਨਾਂ ਨੂੰ ਹੁਣ ਪੂਰਾ ਭਰੋਸਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ SIT ਵੱਲੋਂ ਜਿਹੜੀਆਂ 9 ਚਲਾਨ ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਨੇ, ਉਹਦੇ ਆਧਾਰ ਤੇ ਦੋਸ਼ੀਆਂ ਨੂੰ ਸਜ਼ਾ ਮਿਲੂਗੀ, ਯਕੀਨਨ ਮਿਲੇਗੀ। ਹੁਣ ਦੇਖਣਾ ਹੋਵੇਗਾ ਇਸ TV ਚੈਨਲ ਦੀ ਰਿਪੋਰਟ ਤੋਂ ਬਾਅਦ ਸਮੇਂ ਦੀਆਂ ਸਰਕਾਰਾਂ ਤੇ ਏਜੰਸੀਆਂ ਤੇ ਕੋਈ ਪ੍ਰਭਾਵ ਪੈਂਦਾ ਜਾਂ ਅਦਾਲਤਾਂ ਇਸ ਚੀਜ਼ ਨੂੰ ਕੁਛ ਮੰਨਦੀਆਂ ਕਿ ਨਹੀਂ। ਮੈਂ ਕੋਟਪੁਰਾ ਤੋਂ ਗੁਰਿੰਦਰ ਸਿੰਘ, ਭੁਪਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ।